हाँ जी, स्वागत है जी ਤੁਹਾਡਾ ਪੰਜਾਬੀ ਚੈਨਲ 'ਤੇ ਅਸੀਂ ਕਰ ਰਹੇ ਹਾਂ ਮਾਸਟਰ ਕੈਡਰ ਦੀ ਤਿਆਰੀ। ਅੱਜ ਅਸੀਂ ਪੜ੍ਹਾਂਗੇ ਧਨੀ ਰਾਮ ਚਾਤ੍ਰਿਕ ਬਾਰੇ। ਕਵੀ ਧਨੀ ਰਾਮ ਚਾਤ੍ਰਿਕ। ਜਨਮ ਉਹਨਾਂ ਦਾ ਹੋਇਆ ਸੀ 4 ਅਕਤੂਬਰ 1876 ਸਿਆਲਕੋਟ ਪਿੰਡ ਪਾਸੀਆਂ ਵਿੱਚ, ਜੋ ਕਿ ਪਾਕਿਸਤਾਨ ਵਿੱਚ ਹੈ। ਦੇਹਾਂਤ 18 ਦਸੰਬਰ 1954 ਵਿੱਚ। ਪਿਤਾ ਪਹੂਮਲ ਅਰੋੜਾ, ਮਾਤਾ ਲక్ష్ਮੀ ਦੇਵੀ। ਸਿੱਖਿਆ ਉਹਨਾਂ ਨੇ 4 ਜਮਾਤਾਂ ਤੱਕ ਕੀਤੀ ਸੀ। ਪੰਜਾਬੀ ਕਵਿਤਾ ਦੇ ਮੋਢੀਆਂ ਵਿੱਚੋਂ ਇੱਕ ਸਨ। 1926 ਵਿੱਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਣੇ। ਭਾਸ਼ਾ ਗਿਆਨ, ਗੁਰਮੁਖੀ ਅਤੇ ਉਰਦੂ ਟਾਈਪੋਗ੍ਰਾਫੀ ਸਿੱਖਣ ਲਈ ਬੰਬਈ ਗਏ। ਜਨਮ ਤੋਂ ਹਿੰਦੂ ਸਨ, ਪਰੰਤੂ ਭਾਈ ਵੀਰ ਸਿੰਘ ਦਾ ਪ੍ਰਸ਼ੰਸਕ ਬਣ ਗਏ। ਠੀਕ ਹੈ, ਜਨਮ ਤੋਂ ਹਿੰਦੂ ਸਨ ਪਰੰਤੂ ਜਦੋਂ ਭਾਈ ਵੀਰ ਸਿੰਘ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਸਨ ਉਹ ਬਣ ਗਿਆ ਸੀ। ਪ੍ਰਮੁੱਖ ਕਾਵਿ ਸੰਗ੍ਰਹਿ ਹਨ ਫੁੱਲਾਂ ਦੀ ਟੋਕਰੀ, ਭਰਤਰੀ-ਹਰੀ, ਬਿਕਰਮਜੀਤ, ਨਲ ਦਮਯੰਤੀ, ਧਰਮਵੀਰ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ। ਸੂਫੀ ਖਾਨਾ ਉਹਨਾਂ ਦੀ ਆਖਰੀ ਰਚਨਾ ਸੀ। ਪ੍ਰਮੁੱਖ ਕਵਿਤਾਵਾਂ ਹਨ ਉਹਨਾਂ ਦੀਆਂ ਵਹਿੰਦਾ ਜਾਏ, ਵਿਸਾਖੀ ਦਾ ਮੇਲਾ। ਵਿਸਾਖੀ ਦਾ ਮੇਲਾ ਜੋ ਹੈ ਉਹ 9ਵੀਂ ਕਲਾਸ ਵਿੱਚ ਹੈ। ਜੀਵਨ ਜੋਤ ਵੀ 9ਵੀਂ ਵਿੱਚ ਹੈ। ਗਰੀਬ ਕਿਰਸਾਨ, ਇਤਿਹਾਸਿਕ ਸ਼ਾਨ, ਅਕਲ ਦੀਆਂ ਗੱਲਾਂ, ਸੌਣ ਮੇਲੇ ਵਿੱਚ ਜੱਟ, ਰਾਧਾ ਸੰਦੇਸ਼, ਸਮੇਂ ਦੀ ਬਹਾਰ, ਗੁਰੂ ਰੂਪ ਗ੍ਰੰਥ ਦੋਹੜੇ, ਪੇਟ ਪੂਜਾ, ਗਰੀਬ ਦਾ ਗੁਰਪੁਰਬ, ਬੋਲੀ ਹੈ ਪੰਜਾਬੀ ਸਾਡੀ। ਗਰੀਬ ਦਾ ਗੁਰਪੁਰਬ ਤੇ ਬੋਲੀ ਹੈ ਪੰਜਾਬੀ ਸਾਡੀ। ਇਹ ਸਨ ਉਹਨਾਂ ਦੀਆਂ ਮੁੱਖ ਕਵਿਤਾਵਾਂ। ਪੰਜਾਬੀ ਕਵਿਤਾ ਵਿੱਚ ਪਹਿਲੀ ਵਾਰ ਧਰਤੀ ਤੇ ਲੋਕਾਂ ਦੀ ਗੱਲ ਛੇੜੀ ਹੈ। ਪੰਜਾਬੀ ਕਵਿਤਾ ਵਿੱਚ ਪਹਿਲੀ ਵਾਰ ਧਰਤੀ ਤੇ ਲੋਕਾਂ ਦੀ ਗੱਲ ਜਿਹੜੀ ਹੈ ਛੇੜੀ ਹੈ। ਧਨੀ ਰਾਮ ਚਾਤ੍ਰਿਕ ਨੇ ਧਰਮ ਤੋਂ ਬਿਨਾਂ ਸਦਾਚਾਰ, ਪਿਆਰ, ਰਾਜਨੀਤਿਕ ਅਤੇ ਸਮਾਜਿਕ ਆਰਥਿਕ ਸੰਕਟ ਬਾਰੇ ਵੀ ਕਵਿਤਾਵਾਂ ਜਿਹੜੀਆਂ ਹਨ ਰਚੀਆਂ ਹਨ। ਸਹੀ ਅਰਥ ਵਿੱਚ ਲੋਕਾਂ ਦਾ ਸ਼ਾਇਰ ਹੈ। ਆਸ਼ਾਵਾਦੀ ਕਵੀ ਸੀ। ਪੰਜਾਬੀਅਤ ਦੇ ਕਵੀ ਦੇ ਤੌਰ 'ਤੇ ਪ੍ਰਸਿੱਧ ਹੈ। ਰੁੱਤਾਂ, ਮੇਲਿਆਂ, ਸਾਧਾਰਨ ਮਨੁੱਖ ਅਤੇ ਪ੍ਰਕਿਰਤਿਕ ਜੀਵਨ ਬਾਰੇ ਲਿਖਿਆ ਹੈ। ਧਨੀ ਰਾਮ ਚਾਤ੍ਰਿਕ ਨੇ ਭਾਈ ਵੀਰ ਸਿੰਘ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਕੀਤੀ। ਉਹ ਕਵੀ ਦਰਬਾਰਾਂ ਦਾ ਬਾਦਸ਼ਾਹ ਰਿਹਾ ਹੈ। ਮਨੁੱਖੀ ਸ਼ੈਲੀ ਦਾ ਮਾਲਕ ਵੀ ਸੀ। ਅਨੋਖੀ ਸ਼ੈਲੀ ਦਾ ਮਾਲਕ ਵੀ ਸੀ। 1924 ਵਿੱਚ ਉਹਨਾਂ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ ਸੀ। 1924 ਵਿੱਚ ਸੁਦਰਸ਼ਨ ਪ੍ਰੈਸ। 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸਦਾ ਪ੍ਰਧਾਨ ਚੁਣਿਆ ਗਿਆ। ਪਹਿਲਾ ਕਾਵਿ ਸੰਗ੍ਰਹਿ ਸੀ ਚੰਦਨਵਾੜੀ। ਆਖਰੀ ਪੁਸਤਕ ਕਿਸ ਲਿਪੀ ਵਿੱਚ ਲਿਖੀ? ਸ਼ਾਹਮੁਖੀ ਵਿੱਚ, ਜੋ ਕਿ ਪਾਕਿਸਤਾਨ ਦੀ ਲਿਪੀ ਹੈ। ਕੁਝ ਮਹੱਤਵਪੂਰਨ ਪ੍ਰਸ਼ਨ। ਕਵਿਤਾ ਵਹਿੰਦਾ ਜਾਏ ਵਿੱਚ ਧਨੀ ਰਾਮ ਚਾਤ੍ਰਿਕ ਵਹਿੰਦੇ ਪਾਣੀ ਦੀ ਤੁਲਨਾ ਕਿਸ ਨਾਲ ਕਰਦਾ ਹੈ? ਵਹਿੰਦਾ ਜਾਏ 9ਵੀਂ ਜਮਾਤ ਵਿੱਚ ਹੈ ਕਵਿਤਾ। ਮਨੁੱਖੀ ਜੀਵਨ ਨਾਲ। ਜੋਤ ਕਵਿਤਾ ਅਨੁਸਾਰ ਉਹ ਕਿਹੜੀ ਸ਼ਕਤੀ ਹੈ ਜਿਸ ਨੇ ਨਿੱਕੇ ਨਿੱਕੇ ਤਿਨਕੇ ਜੋੜ ਕੇ ਦੁਨੀਆ ਵਸਾਈ ਹੈ? ਕਿਹੜੀ ਸ਼ਕਤੀ ਹੈ? ਹਿੰਮਤ। ਇਹ ਵੀ 9ਵੀਂ ਜਮਾਤ ਵਿੱਚ ਕਵਿਤਾ ਹੈ। ਧਨੀ ਰਾਮ ਨੇ ਆਪਣਾ ਉਪਨਾਮ ਚਾਤ੍ਰਿਕ ਪਹਿਲੀ ਵਾਰ ਕਿਸ ਰਚਨਾ ਵਿੱਚ ਵਰਤਿਆ? ਭਰਤਰੀ-ਹਰੀ ਵਿੱਚ।
ਧਨੀ ਰਾਮ ਚਾਤ੍ਰਿਕ ਦੀ ਲੰਮੀ ਕਵਿਤਾ ਕਿਹੜੀ ਹੈ? ਨੂਰ ਜਹਾਂ ਬਾਦਸ਼ਾਹ ਬੇਗਮ। ਲੰਮੀ ਕਵਿਤਾ ਕਿਹੜੀ ਹੈ? ਨੂਰ ਜਹਾਂ ਬਾਦਸ਼ਾਹ ਬੇਗਮ। ਧਨੀ ਰਾਮ ਨੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਕਦੋਂ ਕੀਤੀ? 17 ਸਾਲ ਦੀ ਉਮਰ ਵਿੱਚ। ਤੇ ਕਿੰਨੇ ਸਾਲ ਤੱਕ ਕੀਤੀ ਸੀ? 18 ਸਾਲ ਤੱਕ। ਧਨੀ ਰਾਮ ਨੇ ਸਾਹਿਤ ਦੀ ਰਚਨਾ ਦੀ ਸ਼ੁਰੂਆਤ ਕਿਸ ਵਿਧਾ ਤੋਂ ਕੀਤੀ ਸੀ? ਕਿੱਸਾ ਤੋਂ। ਪੰਜਾਬ ਨਾਂ ਦੀ ਕਵਿਤਾ ਕਿਸ ਜਮਾਤ ਵਿੱਚ ਹੈ? 8ਵੀਂ ਜਮਾਤ ਵਿੱਚ ਪੰਜਾਬ ਨਾਂ ਦੀ ਕਵਿਤਾ। ਧਨੀ ਰਾਮ ਨੇ ਕਿੰਨੀ ਪੜ੍ਹਾਈ ਕੀਤੀ ਸੀ? 4 ਜਮਾਤਾਂ ਤੱਕ। ਧਨੀ ਰਾਮ ਕਿਹੋ ਜਿਹਾ ਸ਼ਾਇਰ ਸੀ? ਯਥਾਰਥਵਾਦੀ। ਉਲਾਂਭਾ ਗੀਤ ਕਿਹੜੀ ਕਵਿਤਾ ਹੈ? ਉਲਾਂਭਾ ਗੀਤ ਕਿਹੜੀ ਕਵਿਤਾ ਹੈ? ਰਾਧਾ ਸੰਦੇਸ਼। ਧਨੀ ਰਾਮ ਨੂੰ ਨਿਪੁੰਨਤਾ ਦਾ ਕਲਾਕਾਰ ਅਤੇ ਆਨੰਦ ਦਾ ਗਵੱਈਆ ਕਿਸ ਨੇ ਕਹਾ ਹੈ? ਮੋਹਨ ਸਿੰਘ ਨੇ। ਕੇਸਰ ਕਿਆਰੀ ਕਾਵਿ ਸੰਗ੍ਰਹਿ ਕਦੋਂ ਛਪਿਆ? 1940 ਵਿੱਚ। ਨਵਾਂ ਜਹਾਨ ਕਾਵਿ ਸੰਗ੍ਰਹਿ ਕਦੋਂ ਛਪਿਆ? 1942 ਵਿੱਚ। ਧਨੀ ਰਾਮ ਦੇ ਪਿਤਾ ਕੀ ਕੰਮ ਕਰਦੇ ਸਨ? ਦੁਕਾਨਦਾਰ ਸਨ। ਗੁਰੂ ਰੂਪ ਗ੍ਰੰਥ ਕਵਿਤਾ ਵਿੱਚ ਕਿਸ ਦਾ ਵਰਣਨ ਹੈ? ਗੁਰੂ ਰੂਪ ਗ੍ਰੰਥ ਕਵਿਤਾ 11ਵੀਂ ਜਮਾਤ ਵਿੱਚ ਹੈ। ਜਮਾਤ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਵਿਸ਼ੇਸ਼ਤਾਵਾਂ ਦਾ ਕਿਸ ਦਾ ਵਰਣਨ ਹੈ? ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਵਿਸ਼ੇਸ਼ਤਾਵਾਂ ਦਾ। ਸਰਲ ਸਾਦੀ ਅਤੇ ਲੋਕ ਮੁਖੀ ਕਵਿਤਾ ਲਿਖਣ ਕਰਕੇ ਧਨੀ ਰਾਮ ਨੂੰ ਡੈਸ਼ ਵੀ ਕਿਹਾ ਜਾਂਦਾ ਹੈ? ਆਧੁਨਿਕ ਲੋਕ ਕਵੀ। ਤਾਂ ਐਸੀ ਧਨੀ ਰਾਮ ਚਾਤ੍ਰਿਕ ਬਾਰੇ। ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ।